ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਪੌੜੀ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ ਬਹਿਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਾਉਂਦਈ ਹੁਣ ਸੁਣੀਏ ਕਿਆ ਰਵਾਇਆ। ਮਨ ਅੰਦਰ ਜਨਮ ਗਵਾਇਆ, ਮਨ ਅੰਦਰ ਜਨਮ ਗਵਾਇਆ। ਸੋ ਆਪਾਂ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਆਸਾ ਕੀ ਵਾਰ ਜੀ ਦੀ ਬਾਣੀ ਦੀ ਤੀਸਰੀ ਪੌੜੀ ਦਾ ਪਾਠ ਸਰਵਣ ਕੀਤਾ ਹੈ। We have just listened to the part of the third ਪੌੜੀ that we read when we do ਆਸਾ ਕੀ ਵਾਰ ਜੀ ਦਾ ਕੀਰਤਨ, ਆਸਾ ਕੀ ਵਾਰ ਜੀ ਦਾ ਪਾਠ. So now let us try to understand what Guru Nanak Pasha is explaining to us in this ਪੌੜੀ. ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਪਾਤਸ਼ਾਹ ਇਸ ਪੌੜੀ ਦੇ ਰਾਹੀਂ ਸਾਡੇ ਨਾਲ ਕਿਹੜਾ ਉਪਦੇਸ਼ ਸਾਂਝਾ ਕਰਨਾ ਚਾਹ ਰਹੇ ਹਨ। ਤੇ ਜਿੱਦਾਂ ਆਪਾਂ ਬੇਨਤੀ ਕੀਤੀ ਸੀ ਵੀ ਸ਼ਲੋਕਾਂ ਨੂੰ ਜੇ ਸਮਝਣਾ ਹੈ ਤਾਂ ਅਖੀਰਲੀਆਂ ਪੰਕਤੀਆਂ ਸਮਝਣੀਆਂ ਪੈਣਗੀਆਂ। ਇੱਥੇ ਵੀ ਜੇ ਪੌੜੀ ਨੂੰ ਸਮਝਣਾ ਹੈ ਤਾਂ ਅਖੀਰਲਾ ਭਾਵ ਸਮਝਣਾ ਪਵੇਗਾ। To understand this ਪੌੜੀ you have to look at the last line as well. The last lines are ਮਨ ਅੰਧੈ ਜਨਮ ਗਵਾਇਆ। Living in ignorance you have wasted your life. That is the main message in this ਪੌੜੀ। ਕਹਿੰਦੇ ਨੇ ਇਸ ਅਗਿਆਨਤਾ ਦੇ ਵਿੱਚ, ਇਸ ਹਨੇਰੇ ਦੇ ਵਿੱਚ ਰਹਿ ਕੇ ਤੂੰ ਆਪਣੀ ਜ਼ਿੰਦਗੀ ਬਰਬਾਦ ਕੀਤੀ ਹੈ। ਪੌੜੀ ਦਾ ਮੇਨ ਭਾਵ ਹੈ। ਹੁਣ ਜ਼ਿੰਦਗੀ ਬਰਬਾਦ ਕਿੱਦਾਂ ਕੀਤੀ ਪਾਤਸ਼ਾਹ, ਇਹ ਸਾਨੂੰ ਸਮਝਾ ਦਿਓ। How did we waste our life? ਗੁਰੂ ਪਾਤਸ਼ਾਹ explains to us ਵੀ ਆਪੀ ਨੇ ਭੋਗ ਭੋਗ ਕੇ ਹੋਏ ਭਸਮਰ ਭੌਰ ਸਿਧਾਇਆ। ਤੇ ਆਮ ਕਰਕੇ ਸਾਡੇ ਸੰਪਰਦਾਇਆਂ ਵਾਲੇ ਲੋਕ ਪ੍ਰਚਾਰਕ ਇਦਾਂ ਅਰਥ ਕਰਨਗੇ ਵੀ ਆਪੀ ਨੇ ਭੋਗ ਭੋਗ ਕੇ ਜਿਹੜਾ ਰੱਬ ਹੈ ਉਹ ਆਪ ਭੋਗਦਾ ਹੈ। They will say ਵੀ ਉਹ God enjoys pleasures himself. In Gurbani it says ਦਿੰਦਾ ਰਹੇ ਨਾ ਚੁੱਕੇ ਭੋਗ। God does not experience pleasures because that nijam, that law of nature is set. ਕਹਿੰਦੇ ਰੱਬ ਕੋਈ ਬੰਦਾ ਥੋੜੋ ਵੀ ਉਹਨੂੰ ਭੋਗ ਲੱਗੇਗਾ ਉਹ ਭੋਗਦਾ ਹੈ, ਨਹੀਂ। ਦਿੰਦਾ ਰਹੇ ਨਾ ਚੁੱਕੇ ਭੋਗ, ਉਹ ਨਿਜਮ ਹੈ, ਉਹ ਸੈੱਟ ਹੈ, ਬਸ ਨਾ ਰੋਗ ਲੱਗਦੇ ਨਾ ਉਹ ਭੋਗਦਾ ਹੈ, ਬਸ ਸੈੱਟ ਆ। ਉਹਨੂੰ ਸਮਝ ਲਓ, ਸਮਝ ਨੂੰ ਜ਼ਿੰਦਗੀ ਵਿੱਚ ਲਾਗੂ ਕਰ ਲਓ। ਆਪ ਪੀਨੇ ਭੋਗ, ਗੱਲ ਕਿਹਦੀ ਹੋ ਰਹੀ ਹੈ? ਗੱਲ ਬੰਦੇ ਦੀ ਹੋ ਰਹੀ ਹੈ। The biggest injustice that these pujaris did with Gurbani is when Gurbani was talking about yourself, Gurbani was talking to you one-on-one, they said Gurbani is talking about God. ਸਭ ਤੋਂ ਵੱਡਾ ਧੱਕਾ ਧੋਖਾ ਇਹਨਾਂ ਪੁਜਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਉਦੋਂ ਦਿੱਤਾ ਜਦੋਂ ਇਹਨਾਂ ਪੌੜੀਆਂ ਨੂੰ ਅਰਥਾਉਂਦੇ ਹੋਏ, ਸ਼ਬਦਾਂ ਨੂੰ ਅਰਥਾਉਂਦੇ ਹੋਏ ਇਦਾਂ ਅਰਥ ਕੀਤੇ ਵੀ ਜਿੱਥੇ ਗੱਲ ਬੰਦੇ ਦੀ ਚੱਲਦੀ ਸੀ ਉੱਥੇ ਗੱਲ ਰੱਬ ਦੇ ਨਾਲ ਜੋੜ ਦਿੱਤੀ। ਇੱਥੇ ਬੰਦੇ ਦੀ ਗੱਲ ਹੋ ਰਹੀ ਹੈ ਵੀ ਬੰਦਿਆ ਤੂੰ ਆਪ ਭੋਗੀ ਜਾਣਾ, ਆਪ ਅਗਿਆਨਤਾ ਦੇ ਵਿੱਚ ਰਹਿ ਕੇ ਤੈਨੂੰ ਪਤਾ ਨਹੀਂ ਤੂੰ ਚੱਲ ਜਾਣਾ ਇੱਥੋਂ। Guru Pasha is talking to us. You are experiencing all of life's pleasures, but you are doing so on the base of falsehood. Guru Pasha says, if you understand the truth, you can enjoy life. You can look at life in a whole different light. ਕਿ ਮੈਂ ਅਗਿਆਨਤਾ ਦੇ ਵਸ ਹੋ ਕੇ ਤੂੰ ਵੀ ਉੱਥੋਂ ਉੱਠ ਜਾਣਾ ਹੈ। ਆਪ ਪੀਨੇ ਭੋਗ ਭੋਗ ਕੇ ਹੋਏ ਭਸਮਰ ਭੌਰ ਸਿਧਾਇਆ। ਬੰਦਾ ਆਪ ਅਗਿਆਨਤਾ ਦੇ ਭੋਗ ਭੋਗਦਾ ਹੋਇਆ ਸੰਸਾਰ ਤੋਂ ਚਲੇ ਜਾਂਦਾ ਹੈ। By experiencing pleasures of falsehood, we leave this world. ਪਰ ਕਹਿੰਦੇ ਨੇ ਵੱਡਾ ਹੋਇਆ ਦੁਨੀਦਾਰ ਖਤਮ ਹੋ ਕੇ ਵੀ ਉਹ ਦੁਨੀਆ ਦੇ ਗਲ ਦੇ ਵਿੱਚ ਸੰਗਲ ਪਾ ਕੇ ਚੱਲ ਜਾਂਦਾ ਹੈ। Even though he is gone, he still puts a chain of entanglements around the world, around the people he touched. Right? Think about it like this.
Your previous generations lived in agyanata. Your previous generations lived based off falsehood. What teachings did they teach their children? What they knew. But it was just a cycle. It was just a chain of events. Like a chain reaction type of thing. Right? They did not know any better, so they taught their kids what they knew. And then they taught their kids what they knew. Holi, just that pujari tancha became heavy on Sikhi again. Just like that, Guru Pasha is saying, we vadda hua dunidar gal sangal ghat chalaya. If you do not break free of this cycle, then it will continue. ਕਹਿੰਦੇ ਜਦੋਂ ਬੰਦਾ ਖਤਮ ਹੋ ਗਿਆ, ਉਹਨੇ ਦੁਨੀਆ ਦੇ ਜਿਹੜਿਆਂ ਲੋਕਾਂ ਦੇ ਨਾਲ ਉਹ ਵਿਚਰਦਾ ਸੀ, ਉਹਦੇ ਪਰਿਵਾਰ ਦੇ ਮੈਂਬਰ ਲਾ ਲਓ, ਦੋਸਤ ਮਿੱਤਰ ਲਾ ਲਓ, ਉਹਨਾਂ ਦੇ ਗਲ ਦੇ ਵਿੱਚ ਉਹਨੇ ਅਗਿਆਨਤਾ ਦਾ ਸੰਗਲ ਹੀ ਪਾਇਆ। ਭਾਵ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੂੰ ਜਦੋਂ ਅਸੀਂ ਵੇਖਦੇ ਹਾਂ, ਗਾਂ ਚਲ ਜਾਓ 200 ਸਾਲ ਪਹਿਲਾਂ, ਜਿੱਦਾਂ ਉਹਨਾਂ ਨੇ ਅਗਿਆਨਤਾ ਦੇ ਵਿੱਚ ਜ਼ਿੰਦਗੀ ਕੱਟੀ, ਭਾਵ ਕੋਈ ਸਿਸਟਮ ਨਹੀਂ ਸੀ ਇਦਾਂ ਦਾ, ਠੀਕ ਹੈ, ਉਹਨਾਂ ਦੀ ਗਲਤੀ ਵੀ ਨਹੀਂ ਸੀ, ਜਿੱਦਾਂ ਉਹਨਾਂ ਨੂੰ ਪਤਾ ਸੀ ਉਦਾਂ ਉਹਨਾਂ ਨੇ ਪ੍ਰਚਾਰਿਆ। ਗਲਤੀ ਤਾਂ ਪੁਜਾਰੀਆਂ ਦੀ ਸੀ, ਮੈਂ ਆਮ ਲੋਕਾਂ ਦੀ ਗੱਲ ਕਰ ਰਿਹਾ ਹਾਂ। ਵੀ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਜੇ ਉਹ ਅਗਿਆਨਤਾ ਦੇ ਵਿੱਚ ਰਹਿੰਦੇ ਸੀ ਤਾਂ ਬੱਚਿਆਂ ਨੂੰ ਉਹਨਾਂ ਨੇ ਕੀ ਦੇਣਾ ਸੀ? ਅਗਿਆਨਤਾ ਹੀ ਦੇਣੀ ਸੀ। ਤੇ ਜੇ ਬੱਚੇ ਵੀ ਅਗਿਆਨਤਾ ਦੇ ਵਿੱਚ ਹੀ ਰਹਿਣ ਲੱਗ ਪਏ, ਉਹਨਾਂ ਨੇ ਆਪਣੇ ਬੱਚਿਆਂ ਨੂੰ ਕੀ ਦੇਣਾ ਸੀ? ਅਗਿਆਨਤਾ ਹੀ ਦੇਣੀ ਸੀ। ਇਦਾਂ ਸਾਈਕਲ ਚੱਲੀ ਗਿਆ। ਪਾਤਸ਼ਾਹ ਸਾਨੂੰ ਹਲੂਣਾ ਦੇ ਰਿਹਾ ਵੀ ਜੇ ਤੁਸੀਂ ਨਾ ਉੱਠੇ ਹਨਾ ਤਾਂ ਇਦਾਂ ਹੀ ਚੱਲੀ ਜਾਣੀ ਆ। ਪੁਜਾਰੀਆਂ ਦੀਆਂ ਦੁਕਾਨਾਂ ਇਦਾਂ ਹੀ ਚੱਲਦੀਆਂ ਰਹਿਣਗੀਆਂ ਜੇ ਬੰਦਿਆ ਤੂੰ ਨਾ ਉੱਠੇ। ਜੇ ਤੂੰ ਇਦਾਂ ਅਗਿਆਨਤਾ ਦੇ ਵਿੱਚ ਰਹਿ ਕੇ ਹੀ ਭੋਗਦਾ ਗਿਆ ਤਾਂ ਫਿਰ ਕੀ ਹੋਊਗਾ? ਵੱਡਾ ਹੋਆ ਦੁਨੀਦਾਰ ਖਤਮ ਹੋ ਕੇ ਵੀ ਦੁਨੀਆ ਦੇ ਗਲ ਦੇ ਵਿੱਚ ਤੂੰ ਅਗਿਆਨਤਾ ਦੀ ਸੰਗਲ ਪਾ ਕੇ ਚੱਲ ਜਾਣਾ ਹੈ। ਪਰਿਵਾਰ ਦੇ ਮੈਂਬਰਾਂ ਦੇ ਆਲੇ ਦੁਆਲੇ ਤੂੰ ਅਗਿਆਨਤਾ ਦੀ ਸੰਗਲ ਪਾ ਕੇ ਤੂੰ ਚੱਲ ਪੈਣਾ ਹੈ। ਤਾਂ ਉਹਨਾਂ ਨੇ ਫਿਰ ਕੀ ਕਰਨਾ? ਫਿਰ ਦੁਬਾਰਾ ਉਹੀ ਸਾਈਕਲ ਰਿਪੀਟ ਕਰਨਾ। ਆਪ ਹੀ ਨੇ ਭੋਗ ਕੇ ਹੋਏ ਭਸਮਰ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਫਿਰ ਪਾਸ ਅੱਗੇ ਕਰਨੀ ਕੀਰਤ ਵਾਚੀਏ, ਬਹਿ ਲੇਖਾ ਕਰ ਸਮਝਾਇਆ। ਕਹਿੰਦੇ ਨੇ ਤੁਹਾਡੇ ਮੁਤਾਬਕ ਤੁਸੀਂ ਮੰਨਦੇ ਨਾ ਵੀ the pujaris used to believe that after death lekha jokha would happen. After death, Dharmaraj, someone, God sits up there and he accounts for what we did throughout our life. Right? That is how pujaris believe. Brahman pujaris believe the same thing. Sikh pujaris believe the same thing. Right? ਪਾਸ਼ਾ ਕਹਿੰਦੇ ਤੁਸੀਂ ਮੰਨਦੇ ਹੋ ਇਦਾਂ ਮਰਨ ਤੋਂ ਬਾਅਦ ਲੇਖਾ ਜੋਖਾ ਹੁੰਦਾ ਹੈ। ਬ੍ਰਾਹਮਣ ਵੀ ਉਸੇ ਤਰ੍ਹਾਂ ਮੰਨਦੇ ਸੀ, ਸਿੱਖ ਵੀ ਉਸੇ ਤਰ੍ਹਾਂ ਮੰਨਣ ਲੱਗ ਪਏ। ਪਰ ਕਹਿੰਦੇ ਫਰਜ਼ ਕਰ ਲਓ, ਵਾਕਿਆ ਹੀ ਤੁਹਾਡੀ ਗੱਲ ਸੱਚੀ ਹੈ। ਗੁਰੂ ਪਾਤਸ਼ਾਹ says, for 1 second I will believe what you say, but after death you will have to give your account. ਅੱਗੇ ਕਰਨੀ ਕੀਰਤ ਵਾਚੀ ਹੈ। ਕਹਿੰਦੇ ਮੰਨ ਜਾਓ, ਬਹਿ ਲੇਖਾ ਕਰ ਸਮਝਾਇਆ, ਫਿਰ ਥਾਂ ਨਾ ਹੁਬੀ ਪਾਉਂਦੀ। ਹੁਣ ਸੁਣਿਆ ਕਿਆ ਰਵਾਇਆ। ਕਹਿੰਦੇ ਨੇ ਹੁਣ ਰੋਣ ਦਾ ਕੀ ਫਾਇਦਾ ਫਿਰ ਜੇ ਮਰਨ ਤੋਂ ਬਾਅਦ ਹੀ ਲੇਖਾ ਜੋਖਾ ਹੋਣਾ। Then what is the point in crying about injustice today if everything happens after death? ਤਾਂ ਸਾਡੇ ਸੰਪਰਦਾਇ ਵਾਲੇ ਨਹੀਂ ਕਰਦੇ। ਮਨ ਉਹ 100% ਇਹਨਾਂ ਗੱਲਾਂ ਵਿੱਚ ਵਿਸ਼ਵਾਸ ਰੱਖਦੇ ਆ। ਮਰਨ ਤੋਂ ਬਾਅਦ ਬਾਹਰੋਂ ਬਾਹਰ ਕਹਿੰਦੇ ਮਰਨ ਤੋਂ ਬਾਅਦ ਲੇਖਾ ਜੋਖਾ ਹੋਣਾ ਹੈ। ਤੇ ਨਾਲ ਇਹ ਵੀ ਕਹਿੰਦੇ ਆ ਕਿ ਜੇ ਕੋਈ ਤੁਹਾਡੇ ਉੱਤੇ ਸਵਾਲ ਕਰੇ ਉਹਦਾ ਸੋਧਾ ਲਾ ਕੇ ਆ ਜਾਓ। ਯਾਨੀ ਇਹ ਵੀ ਨਹੀਂ ਮੰਨਦੇ। ਬਹੁਤ ਡਬਲ ਮਾਈਂਡਡ ਆ, ਬਹੁਤ ਦੋਗਲੇ ਆ। ਸਟੇਜਾਂ ਤੋਂ ਹੋਰ ਕੁਝ ਕਹਿੰਦੇ ਆ, ਮਰਨ ਤੋਂ ਬਾਅਦ ਜੀ ਲੇਖਾ ਜੋਖਾ ਹੁੰਦਾ ਜੀ, ਫਲਾਨਾ ਜੀ ਹੁੰਦਾ। ਜੇ ਸੱਚੀ ਵਿਸ਼ਵਾਸ ਰੱਖਦੇ ਹੁੰਦੇ ਆ ਨਾ ਇਹ ਸੰਪਰਦਾਇ ਵਾਲੇ ਲੋਕ, ਵੀ ਮਰਨ ਤੋਂ ਬਾਅਦ ਸਾਰਾ ਕੁਝ ਹੁੰਦਾ, ਇਦਾਂ ਦੀਆਂ ਧਮਕੀਆਂ ਨਾ ਦਿੰਦੇ ਕਿਸੇ ਨੂੰ ਵੀ ਅਸੀਂ ਸੋਧਾ ਲਾ ਦਾਂਗੇ ਜੀ, ਅਸੀਂ ਆਹ ਕਰ ਦਾਂਗੇ ਜੀ, ਅਸੀਂ ਉਹ ਕਰ ਦਾਂਗੇ ਜੀ। ਨਹੀਂ, ਕਿਉਂਕਿ ਇਹਨਾਂ ਦਾ ਵਿਸ਼ਵਾਸ ਤਾਂ ਉਸ ਸਿਸਟਮ ਦੇ ਵਿੱਚ ਹੋਣਾ ਚਾਹੀਦਾ ਨਾ, ਮਰਨ ਤੋਂ ਬਾਅਦ ਲੇਖਾ ਜੋਖਾ ਹੋਣ ਵਾਲੀ ਵਿੱਚ। ਇਹੀ ਗੱਲ ਉਸ ਵੇਲੇ ਦਾ ਪੁਜਾਰੀ ਕਰ ਰਿਹਾ ਹੋਣਾ। ਨਾਲੇ ਗੁਰੂ ਨਾਨਕ ਪਾਤਸ਼ਾਹ ਨੇ ਉਹਦਾ ਭੂਤਨਾ ਬਤਾਲਾ ਕਹਿੰਦਾ ਹੋਣਾ ਆ, ਨਾਲ ਕਹਿੰਦਾ ਹੋਣਾ ਵੀ ਮਰਨ ਤੋਂ ਬਾਅਦ ਲੇਖਾ ਜੋਖਾ ਹੁੰਦਾ। ਗੁਰੂ ਪਾਤਸ਼ਾਹ ਵੀ ਕਹਿੰਦੇ ਹੋਣਗੇ ਯਾਰ ਜੇ ਮਰਨ ਤੋਂ ਬਾਅਦ ਲੇਖਾ ਜੋਖਾ ਹੁੰਦਾ ਫਿਰ ਮੈਨੂੰ ਜੀਣ ਦੇ, ਮੈਨੂੰ ਕਿਉਂ ਤਵੀਆਂ ਤੇ ਬਿਠਾਉਣ ਲੱਗ ਪਿਆ। ਜੇ ਮਰਨ ਤੋਂ ਬਾਅਦ ਲੇਖਾ ਜੋਖਾ ਹੁੰਦਾ, ਇਹਨਾਂ ਵਕਤ ਕਾਹਤੋਂ ਪਿਆ ਸੀ ਆਨੰਦਪੁਰ ਨੂੰ 6 ਮਹੀਨਿਆਂ ਲਈ ਘੇਰਾ ਪਾਉਂਦੇ ਇਹ। ਉਹ ਪਤਾ ਇਹਨਾਂ ਨੂੰ, ਸਾਰਿਆਂ ਨੂੰ ਪਤਾ, ਪੁਜਾਰੀਆਂ ਨੂੰ ਪਤਾ ਆ ਮਰਨ ਤੋਂ ਬਾਅਦ ਕੁਛ ਨਹੀਂ ਹੁੰਦਾ। ਬਸ ਦੁਕਾਨਾਂ ਦਾ ਮਸਲਾ, ਬਸ ਰੋਟੀਆਂ ਦਾ ਮਸਲਾ, ਟੁੱਕੜਾਂ ਦਾ ਮਸਲਾ ਆ।
ਜਿਹਦੇ ਬਾਰੇ ਕਹਿੰਦੇ ਘੁੰਗਰ ਬਾਂਧ ਭਏ ਰਾਮਦਾਸਾ ਰੋਟੀਆਂ ਕੇ ਉਪਾਵਾ। ਗੱਲ ਨਿੱਜਦੀ ਹੈ, ਗੱਲ ਸਵਾਰਥ ਤੇ ਜਾ ਕੇ ਨਿਬੜਦੀ ਹੈ। Guru Pasha says, if you really believe in these things, what is the point of crying about injustice today? But like our Sampradaya, their pracharaks will say, after death everything happens. And on the other hand, they will say, if you question us, we will threaten you. If you question us, we will kill you. They call it Sodda Lona. Right? But if they really believed in these things, that after death you will have to give your account, then they would leave us alone, right? Guru Nanak Pasha probably said the same thing to the pujaris at that time. Yaar, you guys believe in all this stuff after death. Why are you calling me Putna Batala today? Didn't Guru Arjan Pasha ask, if you guys believe in these things, why are you making me sit on the Tati Tavi today? If you guys believe in these things, why are you surrounding Anandpur for 6 months? What was the point of martyring my 5 and 7-year-old Sahibzade? What was the point of martyring Baba Ajit Singh, Baba Jujhar Singh? But Guru Pasha knew that these pujaris, they do not believe in anything, but Guru Pasha had to expose them for who they are. They had to go through those hardships so that we may open our eyes to the truth. But what happened? The pujaris were very smart, they were very clever. The same Guru Pasha that exposed their lies, they started telling lies about their lifestyle as well. बड़ा शातिर सी पुजारी। सच्ची जो गल्लां करदे ना दुख लगदा भी ना धक्का कीता इन्होंने गुरु ग्रंथ साहिब दे नाल। किड्डी वधिया विचारधारा गुरु साहिब ने 500 साल पहलों दे दी ते ना बेईमाना ने मिट्टी विच रोल के रख दित्ती। कोई परवाह नहीं इन्हां नूं गुरु साहिब दी, बस दुकानां चलनियां चाहिदियां। इस करके पातशाह कहंदे ने if you really believe in these things, then there is no point of crying about injustice. There is no point in doing anything. What were they trying to do? They were trying to open our eyes to this fact that no, everything happens here. Even the pujaris, they do not believe what they are preaching. If they really believed that, they wouldn't give me any hardships. They put that all on themselves so that we would not have to go through that cycle. But what do? We find ourselves repeating. Why? Because we did not understand their vichara. ਅਸੀਂ ਵੀ ਉਸੇ ਸਾਈਕਲ ਦੇ ਵਿੱਚ ਮੁੜ ਕੇ ਇਦਾਂ ਘੁੰਮਣ ਲੱਗ ਪਏ ਵੀ ਆਪੀ ਨੇ ਭੋਗ ਕੇ ਹੋਏ ਭਸਮਰ ਭੌਰ ਸਿਧਾਇਆ ਵੱਡਾ ਹੁਆ ਦੁਨੀਦਾਰ। ਅਸੀਂ ਵੀ ਆਉਣ ਵਾਲੀਆਂ ਪੀੜ੍ਹੀਆਂ ਦੇ ਗਲ ਦੇ ਵਿੱਚ ਇਦਾਂ ਅਗਿਆਨਤਾ ਦੀ ਸੰਗਲ ਪਾ ਕੇ ਤੁਰ ਪੈਂਦੇ ਆ। ਵੱਡਾ ਹੁਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ। ਕਹਿੰਦੇ ਨੇ ਥਾਂ ਨਾ ਹੋਵੀ ਪਾਉਂਦੀ ਮਨ ਸੁਣਿਆ ਕਿਆ ਰਵਾਇਆ ਮਨ ਅੰਧੇ। हे ਭਾਈ ਅਗਿਆਨਤਾ ਛੱਡ ਗਿਆਨ ਦਾ ਆਸਰਾ ਲੈ, ਨਹੀਂ ਤਾਂ ਤੂੰ ਆਪਣੀ ਜ਼ਿੰਦਗੀ ਬਰਬਾਦ ਹੀ ਕਰਨੀ ਹੈ। ਤੇਰੀ ਬਰਬਾਦ ਹੋਊਗੀ, ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਨੁਕਸਾਨ ਤੂੰ ਕਰਕੇ ਚੱਲ ਪੈਣਾ। Your life will be worthless if you live in ignorance, but not only that, you will make living for your next generations that much harder. ਸੋ ਇਸ ਕਰਕੇ ਕੋਈ ਇਦਾਂ ਦੀ ਸ਼ੈ ਨਹੀਂ, ਕੋਈ ਇਦਾਂ ਦੀ ਸ਼ਕਤੀ ਨਹੀਂ ਕੁਦਰਤ ਦੇ ਵਿੱਚ। ਇਹਨਾਂ ਸੰਪਰਦਾਇਆਂ ਨੂੰ ਵੀ ਪਤਾ, ਪੁਜਾਰੀਆਂ ਨੂੰ ਵੀ ਪਤਾ, ਸਾਰਿਆਂ ਨੂੰ ਪਤਾ ਹੈ ਇਦਾਂ ਦਾ ਕੁਝ ਨਹੀਂ। ਜੇ ਇਦਾਂ ਦਾ ਹੁੰਦਾ, ਜੇ ਇਦਾਂ ਵਿਸ਼ਵਾਸ ਰੱਖਦੇ ਹੁੰਦੇ ਤਾਂ they would not go to such extreme measures to make sure that someone becomes quiet, someone stops exposing their lies, because they all know that there is nothing like that out there. They have to do so to keep their dukanna, to keep their income from coming in, to keep their revenue coming in. Naita, they all know that it's lies. So we are not going to live in ignorance. What are we going to do? We are going to try to understand wisdom and bring that wisdom into our life so that we do not repeat that same cycle for our next generations. Let us read Gurbani, let us understand Gurbani, let us bring Gurbani into our daily lives so that we may live life full of confidence, live life full of freedom, like our Guru Pasha, like our forefathers lived before us. ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੀ ਡੇਟ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ 500 ਸਾਲ ਪਹਿਲਾਂ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ
ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੇ ਆ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।